ਤਾਂ ਹਮੇਸ਼ਾ ਇਹੀ ਲੱਗਦਾ ਹੁੰਦਾ ਕਿ ਮਹੇਸ਼ਿੰਦਰ ਗਰੇਵਾਲ ਸਰ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਆ ਸ਼ਾਇਦ ਅੱਧੀ ਅਧੂਰੀ ਤਿਆਰੀ ਨਾਲ ਕਰਦੇ ਆ ਕਿ ਇੱਕ ਵਾਰੀ ਜਿਹੜਾ ਸਾਡਾ ਮਿਊਨਿਸਪਲ ਐਕਟ ਹੈ ਉਹਨੂੰ ਪੜ੍ਹ ਲੈਣ। ਕਿਤੇ ਵੀ ਨਹੀਂ ਲਿਖਿਆ ਹੋਇਆ ਹੈਗਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਜਾਂ ਕਿਸੇ ਮੈਂਬਰ ਨੂੰ ਲੈਣਾ ਹੈਗਾ। ਮੈਂ ਕੋਈ ਆਪਣੇ ਘਰ ਦੇ ਕੰਮ ਕਰਵਾਉਣ ਲਈ ਅਫਸਰਾਂ ਕੋਲ ਨਹੀਂ ਜਾਂਦੀ ਹਾਂ। ਅਫਸਰ ਮੇਰੇ ਘਰ ਆਫਿਸ 'ਚ ਇਸ ਕਰਕੇ ਨਹੀਂ ਆਉਂਦੇ। ਲੋਕਾਂ ਦੇ ਕੰਮਾਂ ਲਈ ਮੈਂ ਰੋਜ਼ ਪਬਲਿਕ ਡੀਲਿੰਗ ਕਰਦੀ ਹਾਂ। ਮੈਂ ਹਰ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹਾਂ। ਜੇ ਮੈਂ ਕੋਈ ਕਪਲਾ ਕੀਤਾ ਹੋਊਗਾ ਤਾਂ ਮੇਰੇ ਤੇ ਜ਼ਿੰਮੇਵਾਰੀ ਪਾਣਗੇ। ਕਪਲੇ ਤਾਂ ਇਹਨਾਂ ਦੀ ਸਰਕਾਰਾਂ ਕਰਕੇ ਗਈਆਂ। ਟਾਟਾ ਦੇ ਲਈ ਸਾਰੇ ਜਣੇ ਰੋ ਰਹੇ ਆ, ਇਹਨਾਂ ਨੇ ਕੀਤਾ। ਮੈਂ ਸਾਰੇ ਡੀਸੀ ਆਫਿਸ ਨੂੰ ਵੀ ਫੋਨ ਕਰਦੀ ਹਾਂ, ਮੈਂ ਸਾਰੇ ਸੀਪੀ ਆਫਿਸ ਨੂੰ ਵੀ ਫੋਨ ਕਰਦੀ ਹਾਂ, ਮੈਂ ਕਾਰਪੋਰੇਸ਼ਨ ਨੂੰ ਵੀ ਫੋਨ ਕਰਦੀ ਹਾਂ। ਆਪਣੇ ਲਈ ਨਹੀਂ, ਪਬਲਿਕਲੀ ਕਰਦੀ। 2022 ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸੰਭਾਵਿਤ ਕੈਂਡੀਡੇਟਾਂ ਅਤੇ ਐਲਾਨੇ ਗਏ ਕੈਂਡੀਡੇਟਾਂ ਦੇ ਵਿਚਕਾਰ ਸ਼ਬਦੀ ਜੰਗਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਤਾਜ਼ਾ ਮਾਮਲੇ ਦੇ ਤਹਿਤ ਲੁਧਿਆਣਾ ਵੈਸਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਐਲਾਨੇ ਗਏ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਪ੍ਰੈਸ ਕਾਨਫਰੰਸ ਕਰ ਮੌਜੂਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੀ ਪਤਨੀ ਦੇ ਉੱਤੇ ਵੱਡੇ ਆਰੋਪ ਲਗਾਏ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ। ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਸਿੱਧੇ ਆਰੋਪ ਲਗਾਏ ਗਏ ਨੇ ਕਿ ਤੁਸੀਂ ਜਿਹੜੇ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਵੱਡੇ ਘੁਟਾਲੇ ਹੋ ਰਹੇ ਨੇ ਤੇ ਉਹਦੇ ਪਿੱਛੇ ਤੁਹਾਡਾ ਹੱਥ ਹੈ। ਕੀ ਕਹਿਣਾ ਚਾਹੋਗੇ? ਉਹਨਾਂ ਦੇ ਬੋਰਡ ਹਟਾਏ ਗਏ ਨੇ ਤੇ ਉਹਦੇ ਤੇ ਵੀ ਵੱਡੇ ਜਿਹੜੇ ਨੇ ਐਲੀਗੇਸ਼ਨ ਉਹਨਾਂ ਨੇ ਤੁਹਾਡੇ ਤੇ ਲਗਾਏ ਨੇ। ਦੇਖੋ, ਐਡਵਰਟਾਈਜ਼ਮੈਂਟ 'ਚ ਜਿਹੜੇ ਵੱਡੇ ਘੁਟਾਲੇ ਹੋ ਰਹੇ ਨੇ ਉਹ ਦੇਖਣ ਕਾਰਪੋਰੇਸ਼ਨ ਵਾਲੇ। ਦੂਸਰੀ ਗੱਲ, ਤੁਹਾਨੂੰ ਸਾਰਿਆਂ ਨੂੰ ਪਤਾ ਆ ਕੋਈ ਵੀ ਚੀਜ਼ ਕਾਰਪੋਰੇਸ਼ਨ 'ਚ ਹੁੰਦੀ ਆ ਬਾਈ ਟੈਂਡਰ ਹੁੰਦੀ ਹੈਗੀ ਹੈ, ਪਾਲਿਸੀ ਦੇ ਹਿਸਾਬ ਨਾਲ ਹੁੰਦੀ ਹੈਗੀ ਹੈ। ਇਹਨਾਂ ਵਾਰੀ ਵੀ ਉਹੀ ਟੈਂਡਰ ਲੱਗਦੇ ਸੀ, ਐਤਕੀ ਵੀ ਲੱਗੇ ਹੈਗੇ ਆ। ਤੇ ਜੇ ਐਤਕੀ ਟੈਂਡਰ ਜ਼ਿਆਦਾ ਤੇ ਚਲਾ ਗਿਆ ਹੈਗਾ, ਇਹਦੇ ਵਿੱਚ ਘੁਟਾਲਾ ਕਿੱਥੋਂ ਹੋ ਗਿਆ? ਇਹਦੇ ਨਾਲ ਤਾਂ ਰੈਵਨਿਊ ਕਾਰਪੋਰੇਸ਼ਨ ਨੂੰ ਵੀ ਹੋ ਰਿਹਾ, ਸਰਕਾਰ ਨੂੰ ਵੀ ਹੋ ਰਿਹਾ ਹੈਗਾ ਆ। ਤੇ ਮੈਨੂੰ ਤਾਂ ਹਮੇਸ਼ਾ ਇਹੀ ਲੱਗਦਾ ਹੁੰਦਾ ਕਿ ਮਹੇਸ਼ਿੰਦਰ ਗਰੇਵਾਲ ਸਰ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਆ ਸ਼ਾਇਦ ਅੱਧੀ ਅਧੂਰੀ ਤਿਆਰੀ ਨਾਲ ਕਰਦੇ ਆ। ਨਾ ਹੀ ਉਹਨਾਂ ਨੂੰ ਰੇਟ ਪਤਾ ਹੁੰਦੇ ਆ, ਨਾ ਹੀ ਉਹਨਾਂ ਨੂੰ ਪਾਲਿਸੀ ਪਤਾ ਹੁੰਦੀ ਹੈ, ਤੇ ਨਾ ਹੀ ਸ਼ਾਇਦ ਉਹਨਾਂ ਨੂੰ ਸਕੋਪ ਆਫ ਵਰਕ ਪਤਾ ਹੁੰਦਾ ਆ ਕੇ ਜੋ ਉਹਨਾਂ ਦੇ ਮੂੰਹ 'ਚ ਆਉਂਦਾ ਹੈ ਉਹ ਬੋਲ ਕੇ ਚਲੇ ਜਾਂਦੇ ਆ। ਜਿਹੜੇ ਉਹਨਾਂ ਵੱਲੋਂ ਆંકੜੇ ਦਿੱਤੇ ਗਏ, ਤੁਸੀਂ ਕੀ ਕਹਿੰਦੇ ਹੋ ਕਿ ਉਹ ਆંકੜੇ ਦਰੁਸਤ ਨਹੀਂ ਹੈ? ਜਿਹੜੇ ਘੁਟਾਲੇ ਦੇ ਆਰੋਪ ਲਗਾ ਰਹੇ ਨੇ, ਉਹਨਾਂ ਦਾ ਕਹਿਣਾ ਕਿ ਕਰੋਨਾ ਦੀ ਆੜ ਦੇ ਵਿੱਚ ਇੱਕ ਕੰਪਨੀ ਨੂੰ ਵੱਡਾ ਮੁਨਾਫਾ ਦੇਣ ਵਾਸਤੇ ਉਹਨਾਂ ਨੂੰ ਸ਼ੈਲਟਰ ਕਰਨ ਵਾਸਤੇ ਇਹ ਸਾਰੀ ਜਿਹੜੀ ਹੈਗੀਆਂ ਪਾਲਿਸੀਆਂ ਤਿਆਰ ਕੀਤੀਆਂ ਗਈਆਂ। 7 ਸਾਲ ਦੀ ਜਿਹੜੀ ਆ ਉਹਨਾਂ ਨੂੰ ਰਿਲੀਫ ਦਿੱਤੀ ਗਈ, ਜਿਹੜੀ ਕਿ ਕਰੀਬ 100 ਕਰੋੜ ਰੁਪਏ ਦੇ ਕਰੀਬ ਬਣਦੀ ਆ। ਕਰੋਨਾ ਦੇ ਵਿੱਚ ਹੋਰ ਕਿਸੇ ਜਿਹੜੀ ਹੈਗੀ ਆ ਜਥੇਬੰਦੀ ਨੂੰ ਜਾਂ ਕਿਸੇ ਵੀ ਲੋਕਾਂ ਨੂੰ ਕਿੰਨੀ ਕੁ ਰਾਹਤ ਸਰਕਾਰ ਨੇ ਦਿੱਤੀ ਹੈ? ਕਿਸੇ ਦਾ ਬਿਜਲੀ ਦਾ ਬਿੱਲ ਮਾਫ ਕੀਤਾ, ਕਿਸੇ ਦਾ ਪਾਣੀ ਸੀਵਰੇਜ ਦਾ ਬਿੱਲ ਮਾਫ ਹੋਏ, ਸਿਰਫ ਡੈਫਰ ਹੋਏ ਆ ਕਿ ਉਹਨਾਂ ਕੋਲ ਬਾਅਦ ਲਿੱਤੇ ਜਾਣਗੇ, ਪਰ ਕਿਸੇ ਦੇ ਮਾਫ ਨਹੀਂ ਹੋਏ। ਇਹਨਾਂ ਨੂੰ ਵੱਡੀ ਰਿਲੀਫ ਦਿੱਤੀ ਗਈ ਹੈ। ਇਹਦੇ ਪਿੱਛੇ ਸਾਰਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਹੱਥ ਆ। ਦੇਖੋ, ਇਹ ਕਾਰਪੋਰੇਸ਼ਨ ਲੈਵਲ ਤੇ ਤਾਂ ਹੈ ਨਹੀਂ, ਸਟੇਟ ਲੈਵਲ ਤੇ ਹੈ। ਦੂਸਰੀ ਗੱਲ, ਮੈਂ ਫਿਰ ਉਹੀ ਗੱਲ ਕਹਿੰਦੀ ਹਾਂ ਕਿ ਮਹੇਸ਼ਿੰਦਰ ਸਰ ਹਮੇਸ਼ਾ ਹੀ ਅੱਧੀ ਅਧੂਰੀ ਨੌਲੇਜ ਤੇ ਗੱਲ ਕਰਦੇ ਆ। ਜੇ ਉਹ ਖੋਲ ਕੇ ਦੇਖਣਗੇ ਸਾਰਾ ਸਿਸਟਮ, ਜਿਹੜੀ ਸਾਡੀ ਪਾਰਕਿੰਗ ਦੇ ਠੇਕੇਦਾਰ ਸੀ ਅਸੀਂ ਉਹਨਾਂ ਨੂੰ ਵੀ ਕੰਸੈਸ਼ਨ ਦਿੱਤਾ ਹੈਗਾ ਹਾਊਸ ਨੇ, ਔਰ ਜਿਹੜੀ ਇਹਨਾਂ ਨੂੰ ਵੀ ਕੰਸੈਸ਼ਨ ਦਿੱਤਾ ਗਿਆ ਉਹ ਵੀ ਪੂਰੇ ਹਾਊਸ ਦੇ ਵਿੱਚ ਮਤਾ ਪਾ ਕੇ ਦਿੱਤਾ ਗਿਆ ਆ। ਜਿਹੜੇ ਵੀ ਮੇਰੇ ਸਾਥੀ ਕੌਂਸਲਰ ਜਿਹੜੇ ਉੱਥੇ ਬੈਠੇ ਸੀਗੇ ਕੱਲ੍ਹ ਦੀ ਪ੍ਰੈਸ ਕਾਨਫਰੰਸ 'ਚ, ਸ਼ਾਇਦ ਉਹਨਾਂ ਨੇ ਵੀ ਹੱਥ ਉੱਚੇ ਚੱਕ ਕੇ ਇਹਦਾ ਇਹ ਕੀਤਾ ਸੀ ਜੀ ਕੋਵਿਡ 'ਚ ਸਭ ਦਾ ਨੁਕਸਾਨ ਹੋਇਆ ਹੈਗਾ, ਹਰੇਕ ਨੂੰ ਕੋਈ ਨਾ ਕੋਈ ਉਹ ਦਿੱਤੀ ਜਾਵੇ। ਈਵਨ ਜਿਹੜੇ ਆਮ ਪਬਲਿਕ ਹੈ ਉਹਨਾਂ ਨੇ ਆਪਣੇ ਕਿਰਾਏਦਾਰਾਂ ਨੂੰ ਵੀ ਦਿੱਤੀ ਹੈ, ਦੁਕਾਨਦਾਰਾਂ ਨੇ ਲੋਕਾਂ ਨੂੰ ਵੀ ਦਿੱਤੀ ਹੈ, ਤੇ ਸਰਕਾਰ ਨੇ ਜੇ ਕਿਸੇ ਨੂੰ ਦਿੱਤੀ ਹੈ ਤੇ ਕਿਸੇ ਪਾਲਿਸੀ ਦੇ ਅਧੀਨ ਹੀ ਦਿੱਤੀ ਹੈ, ਔਰ ਪੂਰੇ ਹਾਊਸ ਦੇ ਵਿੱਚ ਮਤਾ ਪੈ ਕੇ ਦਿੱਤੀ ਗਈ ਹੈ। ਉਹ ਤਾਂ ਕਹਿੰਦੇ ਨੇ ਕਿ ਸਿੱਧੇ ਘਪਲੇ ਕਰਨ ਵਾਸਤੇ ਐਫਐਨਸੀਸੀ ਦੇ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਲਿੱਤਾ ਗਿਆ। ਨਹੀਂ ਤਾਂ ਅੱਜ ਤੱਕ ਹਮੇਸ਼ਾ ਰਿਵਾਇਤ ਰਹੀ ਹੈ ਕਿ ਇੱਕ ਜਿਹੜਾ ਹੈਗਾ ਮੈਂਬਰ ਐਫਐਨਸੀਸੀ ਦੇ ਵਿੱਚ ਵਿਰੋਧੀ ਧਿਰ ਦਾ ਜ਼ਰੂਰ ਲਿੱਤਾ ਜਾਂਦਾ ਰਿਹਾ। ਖੁਦ ਮੇਲ ਬਲਕਾਰ ਸਿੰਘ ਸੰਧੂ ਵੀ ਪਿਛਲੀ ਟਰਮ ਦੇ ਵਿੱਚ ਮੈਂਬਰ ਰਹੇ ਆ। ਹੁਣ ਐਤਕੀ ਕੋਈ ਵੀ ਮੈਂਬਰ ਨਹੀਂ ਹੈਗਾ। ਸਿੱਧਾ ਜਿਹੜੇ ਫੈਸਲੇ ਆ ਖੁਦ ਆਪ ਹੀ ਲਿੱਤੇ ਜਾ ਰਹੇ ਨੇ। ਸਮਾਰਟ ਸਿਟੀ ਦੇ ਪ੍ਰੋਜੈਕਟ ਹੁੰਦੇ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਬੁਲਾਇਆ ਜਾਂਦਾ, ਕੋਈ ਡੈਲੀਗੇਸ਼ਨ ਆਉਂਦਾ ਉਹਦੇ 'ਚ ਨਹੀਂ ਬੁਲਾਇਆ ਜਾਂਦਾ। ਤਾਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਇਹ ਆਰੋਪ ਲਗਾਏ ਆ। ਦੇਖੋ ਜੀ, ਉਹ ਕਹਿੰਦੇ ਵੀ ਵਿਰੋਧੀ ਧਿਰ ਦਾ ਨੇਤਾ ਨਹੀਂ ਬੁਲਾਇਆ ਜਾਂਦਾ। ਐਫਐਨਸੀਸੀ ਇੱਕ ਕਨਸਟੀਟਿਊਸ਼ਨਲ ਬਾਡੀ ਹੈ। ਇਹਨਾਂ ਨੂੰ ਮੈਂ ਫਿਰ ਉਹੀ ਗੱਲ ਤੇ ਵੀ ਅੱਧੀ ਅਧੂਰੀ ਜਾਣਕਾਰੀ ਉੱਠ ਕੇ ਇੱਕ ਵਾਰੀ ਜਿਹੜਾ ਸਾਡਾ ਮਿਊਨਿਸਪਲ ਐਕਟ ਹੈ ਉਹਨੂੰ ਪੜ੍ਹ ਲੈਣ। ਕਿਤੇ ਵੀ ਨਹੀਂ ਲਿਖਿਆ ਹੋਇਆ ਹੈਗਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਜਾਂ ਕਿਸੇ ਮੈਂਬਰ ਨੂੰ ਲੈਣਾ ਹੈਗਾ। ਜ਼ਰੂਰੀ ਹੈ, ਇਹ ਕਨਸਟੀਟਿਊਸ਼ਨਲ ਬਾਡੀ ਹੈ, ਜਿਹਦਾ ਵੀ ਹੱਕ ਬਣਦਾ ਹੋਏਗਾ ਉਹਨੂੰ ਮਿਲ ਜਾਏਗਾ। ਇਹ ਮੇਅਰ ਸਾਹਿਬ ਦੇਖਣ, ਇਹ ਸਾਡੇ ਹਾਊਸ ਦੇਖੇ ਜਾਂ ਇਹ ਸਰਕਾਰ ਦੇਖੇ, ਪਰ ਇਹ ਉੱਥੇ ਕਿਤੇ ਕਾਨੂੰਨ ਨਹੀਂ ਲਿਖਿਆ ਹੋਇਆ ਕਿ ਵਿਰੋਧੀ ਧਿਰ ਦਾ ਇੱਕ ਮੈਂਬਰ ਉਹ 'ਚ ਲੈਣਾ ਹੀ ਲੈਣਾ। ਉਹ ਸਾਰੇ ਕਾਂਗਰਸ ਦੇ ਵੀ ਹੋ ਸਕਦੇ ਆ, ਉਹ ਸਾਰੇ ਕਿਸੇ ਹੋਰ ਪਾਰਟੀ ਦੇ ਵੀ ਹੋ ਸਕਦੇ ਹੈਗੇ। ਉਹ ਕਹਿੰਦੇ ਇਹੀ ਨਾ, ਰਿਵਾਇਤ ਤਾਂ ਹਮੇਸ਼ਾ ਇਹੀ ਰਹੀ ਹੈ। ਪਿਛਲੀ ਉਹਨਾਂ ਨੇ 20 ਸਾਲਾਂ ਦੀ 25 ਸਾਲ ਦੀ ਆਜ਼ਾਦੀ ਕਾਰਪੋਰੇਸ਼ਨ
ਜਿਹੜੀ ਟਰਮ ਚੱਲ ਰਹੀ ਆ ਉਹ ਉਹਦੇ ਤੇ ਸਾਰਾ ਉਹਨਾਂ ਨੇ ਦੱਸਿਆ ਕਿ ਇਹ ਵਾਲੀ ਟਰਮ ਦੇ ਵਿੱਚ ਇਹ ਵਿਰੋਧੀ ਧਿਰ ਦਾ ਨੇਤਾ ਸੀਗਾ, ਇਹ ਵਾਲੀ ਟਰਮ ਦੇ ਵਿੱਚ ਇਹ ਸੀਗਾ। ਇੱਕ ਰਿਵਾਇਤ ਸੀਗੀ ਕਿ ਹਾਂ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਦਿੱਤਾ ਜਾਂਦਾ ਤਾਂ ਕਿ ਕੋਈ ਵੀ ਜੇ ਕੋਈ ਫੈਸਲਾ ਲੈਣਾ ਹੋਵੇ ਤੇ ਉਹਦੇ ਤੇ ਸਰਬਸੰਮਤੀ ਬਣ ਸਕੇ। ਸਿਰਫ ਉਹੀ ਕਹਿ ਰਹੇ ਨੇ ਕਿ ਘੁਟਾਲੇ ਕਰਨ ਵਾਸਤੇ, ਸਿਰਫ ਘਪਲੇ ਕਰਨ ਵਾਸਤੇ, ਤਾਂ ਕਿ ਵਿਰੋਧੀ ਧਿਰ ਦਾ ਕੋਈ ਨੇਤਾ ਹੀ ਨਹੀਂ ਹੈਗਾ, ਕੋਈ ਆਬਜੈਕਸ਼ਨ ਹੀ ਨਹੀਂ ਚੱਕੂਗਾ। ਰਿਵਾਇਤਾਂ ਚੰਗੀਆਂ ਚੱਲਣੀਆਂ ਚਾਹੀਦੀਆਂ, ਮਾੜੀਆਂ ਨਹੀਂ। ਉਹ ਰਿਵਾਇਤਾਂ ਉਹਨਾਂ ਨੇ ਬਹੁਤ ਚਲਾਈਆਂ ਸੀ ਜਿਹੜੇ ਸਾਡੇ ਮਾਨਯੋਗ ਮੇਅਰ ਸਾਹਿਬ ਨੇ ਤੋੜੀਆਂ ਆ। ਇਹਨਾਂ ਦੇ 10 ਸਾਲ ਦੇ ਸ਼ਾਸਨ ਕਾਲ 'ਚ ਜਦੋਂ ਇਹਨਾਂ ਦੇ ਹੀ 2 ਮੇਅਰ ਸੀਗੇ ਉਦੋਂ ਕਿਸੇ ਹੋਰ ਬੰਦੇ ਦਾ ਕੰਮ ਹੁੰਦਾ ਵੀ ਨਹੀਂ ਸੀਗਾ। ਇਹ ਜਾ ਕੇ ਇਲੈਕਟਿਡ ਕਾਉਂਸਲਰਸ ਦੇ ਵਾਰਡ ਦੇ ਵਿੱਚ ਆਪ ਉਦਘਾਟਨ ਕਰਨ ਜਾਂਦੇ ਸੀਗੇ। ਉਹ ਰਿਵਾਇਤਾਂ ਕਿਹਨਾਂ ਨੇ ਪਾਈਆਂ ਸੀਗੀਆਂ ਜਿਹੜੀਆਂ ਐਸ ਮੇਅਰ ਨੇ ਤੋੜੀਆਂ ਹੈਗੀਆਂ ਆ। ਰਿਵਾਇਤਾਂ ਦੀ ਗੱਲ ਕਰਨਗੇ ਤਾਂ ਬਹੁਤ ਲੋਕਾਂ ਤੋਂ ਸੁਣ ਲੈਣਗੇ। ਸੋ ਜਦੋਂ ਵੀ ਪ੍ਰੈਸ ਕਾਨਫਰੰਸ ਕਰਨ ਆਪਣੀ ਪੂਰੀ ਦੀ ਪੂਰੀ ਤਿਆਰੀ ਦੇ ਨਾਲ ਆ ਕੇ ਕਰਨ। ਸੰਵਿਧਾਨਿਕ ਗੱਲ ਕੀਤੀ ਹੈ ਤੁਸੀਂ ਕਿ ਸੰਵਿਧਾਨ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਲਿਖਿਆ ਨਹੀਂ ਹੋਇਆ ਕਿ ਵਿਰੋਧੀ ਧਿਰ ਦਾ ਨੇਤਾ ਲੈਣਾ ਜ਼ਰੂਰੀ ਹੈ ਐਫਐਨਸੀਸੀ ਦੇ ਵਿੱਚ। ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ ਵੀ ਜਿਹੜੀ ਹੈਗੀ ਆ ਐਕਸਟਰਾ ਸੰਵਿਧਾਨਿਕ ਜਿਹੜੀ ਹੈਗੀ ਅਥਾਰਟੀ ਬਣ ਕੇ ਕਾਰਪੋਰੇਸ਼ਨ ਦੇ ਨੂੰ ਰਨ ਕਰ ਰਹੇ ਹੋ, ਉਹ ਆਰਡਰ ਕਰ ਰਹੇ ਹੋ, ਮੇਅਰ ਨੂੰ, ਕਮਿਸ਼ਨਰ ਨੂੰ, ਅਫਸਰਾਂ ਨੂੰ ਡਰਾ ਧਮਕਾ ਕੇ ਗੁੰਡਾਗਰਦੀ ਕਰ ਰਹੇ ਹੋ। ਕਿਹੜੀ ਗੁੰਡਾਗਰਦੀ ਕਰ ਰਹੇ ਆ ਤੁਸੀਂ? ਸਾਰੇ ਲੁਧਿਆਣਾ ਨੂੰ ਪੁੱਛ ਸਕਦੇ ਹੋ। ਇੱਕ ਪਬਲਿਕ ਦੀ ਨੁਮਾਇੰਦਾ ਆ, 3 ਵਾਰੀ ਦੀ ਕਾਉਂਸਲਰ ਆ। ਔਰ ਜੇ ਲੋਕਾਂ ਦੀ ਕੋਈ ਗੱਲ ਹੈ ਕਿਸੇ ਵੀ ਅਫਸਰ ਤੱਕ ਛੱਡੋ, ਸਰਕਾਰ ਤੱਕ ਪਹੁੰਚਾਉਣੀ ਵੀ ਮੇਰੀ ਜ਼ਿੰਮੇਵਾਰੀ ਹੈ। ਜੇ ਤੁਹਾਨੂੰ ਯਾਦ ਹੋਊਗਾ ਤੁਸੀਂ ਲੋਕਾਂ ਨੇ ਕਵਰ ਕੀਤਾ ਸੀਗਾ ਜੇ ਕੈਪਟਨ ਅਮਰਿੰਦਰ ਸਰ ਨੇ ਪਾਲਿਸੀ ਐਕਸਾਈਜ਼ ਦੀ ਸ਼ਰਾਬ ਦੀ ਲੈ ਕੇ ਆਂਦੀ ਸੀ, ਮੈਂ ਉਹਨਾਂ ਨੂੰ ਵੀ ਟਵੀਟ ਕੀਤਾ ਸੀਗਾ। ਤੇ ਜਦੋਂ ਵੀ ਕਿਤੇ ਨਾ ਕਿਤੇ ਲੋਕਾਂ ਦੀ ਮੰਗਾਂ ਦੀ, ਲੋਕਾਂ ਦੇ ਕੰਮਾਂ ਲਈ ਕਿਸੇ ਨਾਲ ਵੀ ਕੋਈ ਗੱਲ ਕਰਨੀ ਪਏਗੀ, ਮੈਂ ਪਬਲਿਕ ਪਲੇਟਫਾਰਮ ਤੇ ਜਾ ਕੇ ਕਰੂੰਗੀ। ਮੈਂ ਕੋਈ ਆਪਣੇ ਘਰ ਦੇ ਕੰਮ ਕਰਵਾਉਣ ਲਈ ਅਫਸਰਾਂ ਕੋਲ ਨਹੀਂ ਜਾਂਦੀ ਹਾਂ, ਅਫਸਰ ਮੇਰੇ ਘਰ ਆਫਿਸ 'ਚ ਇਸ ਕਰਕੇ ਨਹੀਂ ਆਉਂਦੇ। ਲੋਕਾਂ ਦੇ ਕੰਮਾਂ ਲਈ ਮੈਂ ਰੋਜ਼ ਪਬਲਿਕ ਡੀਲਿੰਗ ਕਰਦੀ ਹਾਂ। ਇਹਦੇ ਵਿੱਚ ਮੈਨੂੰ ਤਾਂ ਇੱਦਾਂ ਲੱਗਦਾ ਮਹੇਸ਼ਿੰਦਰ ਸਰ ਦੀ ਫਰਸਟ੍ਰੇਸ਼ਨ ਹੈ ਕਿ ਉਹਨਾਂ ਤੇ ਲੋਕੀ ਵਿਸ਼ਵਾਸ ਨਹੀਂ ਕਰਦੇ ਜਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਕਿ ਸਾਡਾ ਕੰਮ ਕਰਵਾ ਦਿਓ। ਇਹ ਇੱਕ ਅਧਿਕਾਰ ਵੀ ਹੈ ਤੇ ਮੇਰੀ ਜ਼ਿੰਮੇਵਾਰੀ ਵੀ ਹੈ ਐਜ਼ ਏ ਪਬਲਿਕ ਦਾ ਨੁਮਾਇੰਦਾ ਹੋਣਾ। ਸ਼ਾਇਦ ਉਹ ਭੁੱਲ ਗਏ ਕਿ ਮੈਂ ਕਾਉਂਸਲਰ ਹਾਂ। ਉਹ ਕਹਿੰਦੇ 95 ਕੌਂਸਲਰ ਨੇ ਸ਼ਹਿਰ ਦੇ ਵਿੱਚ, ਹੋਰ ਕਿੰਨੇ ਕੌਂਸਲਰ ਜਿਹੜੇ ਹੈਗੇ ਜਿਨ੍ਹਾਂ ਨੂੰ ਇੰਨੀਆਂ ਪਾਵਰਾਂ ਜਾਂ ਜਿਨ੍ਹਾਂ ਦੇ ਇੰਨੇ ਹੁਕਮ ਕਾਰਪੋਰੇਸ਼ਨ ਦੇ ਅਧਿਕਾਰੀ ਮੰਨਦੇ ਨੇ ਜਾਂ ਮੇਅਰ ਉਹਨਾਂ ਦੀ ਗੱਲ ਸੁਣਵਾਈ ਕਰਦਾ ਵਾ। ਇਹ ਮਮਤਾ ਆਸ਼ੂ ਵੀ 95 ਦੇ ਵਿੱਚੋਂ ਇੱਕ ਕੌਂਸਲਰ ਹੈ। ਸਿਰਫ ਇਹਨਾਂ ਕੋਲ ਕੋਈ ਪਾਵਰਾਂ ਨਹੀਂ ਹੈ। ਮੰਤਰੀ ਦੀ ਸਹੁੰ ਭਾਰਤ ਭੂਸ਼ਣ ਆਸ਼ੂ ਨੇ ਲਿੱਤੀ ਹੈ, ਨਾ ਕਿ ਮਮਤਾ ਆਸ਼ੂ ਨੇ ਲਿੱਤੀ ਹੈ। ਹਾਂ ਤੇ ਮੈਂ ਕਦੋਂ ਕਹਿ ਰਹੀ ਹਾਂ ਵੀ ਮੈਂ ਲਿੱਤੀ ਹੈ? ਮੰਤਰੀ ਦੀ ਸਹੁੰ ਭਾਰਤ ਭੂਸ਼ਣ ਆਸ਼ੂ ਜੀ ਨੇ ਲਈ ਹੈ। ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਉਹੀ ਹੈ, ਪਰ ਮੈਂ ਕੌਂਸਲਰ ਹਾਂ। ਜੇ ਮੇਰੇ ਸਾਥੀ ਕਲੀਗ 94 ਕੌਂਸਲਰ ਹੈਗੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪਬਲਿਕ ਪਲੇਟਫਾਰਮ ਤੇ ਕਿੰਨੀਆਂ ਇਸ਼ੂ ਨੂੰ ਚੁੱਕਦੇ ਹੈਗੇ ਆ। ਉਹਨਾਂ ਦੇ ਨਾਲ ਗਿਆਸਪੁਰੀਆ ਜੀ ਬੈਠੇ ਹੈਗੇ ਆ ਕਿ ਉਹਨਾਂ ਦੀ ਪਬਲਿਕ ਡੀਲਿੰਗ ਹੁੰਦੀ ਹੈ, ਉਹ ਲੋਕਾਂ ਦੇ ਇਸ਼ੂ ਲੈ ਕੇ ਕਮਿਸ਼ਨਰ ਜਾਂ ਮੇਅਰ ਕੋਲ ਨਹੀਂ ਜਾਂਦੇ ਤੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਹੈਗੀ। ਸਾਰਾ ਦਿਨ ਤਾਂ ਉੱਥੇ ਹਰਭਜਨ ਸਿੰਘ ਡੰਗ ਵੀ ਬੈਠੇ ਹੁੰਦੇ ਆ ਤੇ ਗਿਆਸਪੁਰਾ ਜੀ ਵੀ ਬੈਠੇ ਹੁੰਦੇ ਆ ਔਰ ਮੇਰੇ ਦਫ਼ਤਰ ਵੀ ਸਾਰੇ ਆਉਂਦੇ ਹੈਗੇ ਆ। ਕਿ ਕਿਸੇ ਦੀ ਇੱਕ ਆਮ ਬੰਦੇ ਦੀ ਸੁਣਵਾਈ ਕਰਨਾ, ਉਹਦੇ ਲਈ ਕਿਸੇ ਦਫ਼ਤਰ ਤੇ ਜਾਣਾ ਇਹ ਗੈਰ ਕਾਨੂੰਨੀ ਹੋ ਗਿਆ। ਔਰ ਮੈਂ ਤਾਂ ਇਹ ਕਹਿੰਦੀ ਹਾਂ ਕਿ ਆਮ ਆਦਮੀ ਦਾ ਵੀ ਅਧਿਕਾਰ ਹੈਗਾ ਹੈ ਕਿ ਜੇ ਕੋਈ ਬਿਊਰੋਕਰੈਟ ਹੈ, ਜੇ ਉਹਦੇ ਕੋਲ ਕੰਮ ਹੈ ਤਾਂ ਉਹਨੂੰ ਕੁਐਸਚਨ ਕਰ ਸਕਦਾ ਹੈ, ਉਹ ਤੋਂ ਆਪਣਾ ਕੰਮ ਕਰਵਾ ਸਕਦਾ ਹੈਗਾ। ਉਹ ਕਹਿੰਦੇ ਨੇ ਕਿ ਕੰਮ ਕਰਵਾਉਣ ਵਾਸਤੇ ਅਪੀਲ ਕਰਨੀ ਜਾਂ ਗੱਲ ਕਰਨੀ ਉਹ ਉਹਨਾਂ ਦਾ ਹੱਕ ਹੈ, ਪਰ ਆਰਡਰ ਪਾਸ ਕਰਨੇ ਜਾਂ ਆਰਡਰ ਦੇ ਤਹਿਤ ਕੰਮ ਕਰਨ ਵਾਸਤੇ ਆਰਡਰ ਕਰਨੇ ਇਹ ਉਹਨਾਂ ਦਾ ਸੰਵਿਧਾਨਿਕ ਹੱਕ ਨਹੀਂ ਹੈ। ਜਿਹੜੀ ਹੈਗੀ ਐਕਸਟਰਾ ਸੰਵਿਧਾਨਿਕ ਪਾਵਰਾਂ ਦਾ ਇਸਤੇਮਾਲ ਕਰ ਰਹੇ ਨੇ, ਐਕਸਟਰਾ ਸੰਵਿਧਾਨਿਕ ਅਥਾਰਟੀ ਖੁਦ ਆਪਣੇ ਆਪ ਦੇ ਵਿੱਚ ਮਮਤਾ ਆਸ਼ੂ ਬਣੇ ਹੋਏ ਨੇ। ਅੱਛਾ ਚਲੋ ਮੈਨੂੰ ਦੱਸੋ ਵੀ ਮੈਂ ਕਿਹੜੇ ਆਰਡਰ ਪਾਸ ਕੀਤੇ? ਤੁਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ, ਸਾਰੇ ਜਣੇ ਹੋਣਗੇ। ਮੇਰਾ ਕੋਈ ਆਰਡਰ ਪਾਸ ਕੀਤਾ, ਮੈਂ ਕਿਤੇ ਸਾਈਨ ਕੀਤੇ? ਥਾਣਿਆਂ ਦੇ ਵਿੱਚ ਜਾ ਕੇ ਮਮਤਾ ਆਸ਼ੂ ਬੈਠ ਕੇ ਉੱਥੇ ਏਸੀਪੀ ਨੂੰ ਇੰਸਟਰਕਸ਼ਨਾਂ ਦਿੰਦੇ ਨੇ, ਕਮਿਸ਼ਨਰ ਨੂੰ ਬੁਲਾ ਕੇ ਸੜਕਾਂ ਤੇ ਇੰਸਟਰਕਸ਼ਨਾਂ ਦਿੰਦੇ ਨੇ, ਡੀਸੀ ਨੂੰ ਬੁਲਾ ਕੇ ਇੰਸਟਰਕਸ਼ਨਾਂ ਦਿੰਦੇ ਨੇ। ਇਹ ਮਤਲਬ ਕਿ ਉਹਨਾਂ ਨੂੰ ਬੁਲਾ ਕੇ ਜਿਹੜੀ ਹੈਗੀ ਆ ਕੰਮ ਦੱਸੇ ਤਾਂ ਜਾ ਸਕਦੇ ਨੇ, ਪਰ ਆਰਡਰ ਨਹੀਂ ਦਿੱਤੇ ਜਾ ਸਕਦੇ। ਮੈਂ ਕਿਹੜੇ ਆਰਡਰ ਦਿੱਤੇ? ਜੇ ਮੈਂ ਥਾਣੇ, ਮੈਨੂੰ ਕੋਈ ਇਹ ਵੀ ਕਹਿ ਦੇਵੇ ਕਿ ਮੈਂ ਕਿਤੇ ਥਾਣੇ ਗਈ ਹੈ, ਜੇ ਮੈਂ ਕਿਸੇ ਨੂੰ ਫੋਨ ਤੇ ਰਿਕੁਐਸਟ ਕੀਤੀ ਹੈ ਕਿ ਇਹਨਾਂ ਦਾ ਇਹ ਕੰਮ ਕਰ ਦਿਓ, ਮੇਰੀ ਜ਼ਿੰਮੇਵਾਰੀ ਹੈ। ਕੋਈ ਬੰਦਾ ਮੇਰੇ ਆਫਿਸ ਆਇਆ ਹੈਗਾ, ਕੋਈ ਲੇਡੀ ਆਈ ਹੈ, ਕੋਈ ਬਜ਼ੁਰਗ ਆਇਆ ਹੈ, ਕੋਈ ਆਮ ਬੰਦਾ ਵੀ ਆਇਆ ਹੈਗਾ, ਜੇ ਮੇਰੇ ਆਫਿਸ ਆਂਦਾ ਹੈ ਤਾਂ ਉਹਦੇ ਲਈ ਫੋਨ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਆਫਿਸਰ ਨੂੰ ਕਹਿਣਾ। ਜੇ ਮੈਂ ਡੀਸੀ ਸਰ ਦੇ ਨਾਲ ਕਿਸੇ ਸਾਈਟ ਵਿਜ਼ਿਟ ਕਰਦੀ ਹਾਂ ਤਾਂ ਮੈਂ ਲੁਧਿਆਣਾ ਵੈਸਟ ਦੀ ਕਰਦੀ ਹਾਂ, ਆਪਣੇ ਏਰੀਆ ਦੀ ਕਰਦੀ ਹਾਂ। ਮੇਰੇ ਵਾਰਡ ਦੇ ਬਾਹਰ ਫਲਾਈਓਵਰ ਬਣ ਰਿਹਾ ਹੈਗਾ ਆ ਨੈਸ਼ਨਲ ਹਾਈਵੇ ਦਾ, ਮੇਰੇ ਵਾਰਡ ਦੇ ਅੰਦਰ ਆਰਓਬੀ ਆਰਯੂਬੀ ਵੀ ਬਣ ਰਿਹਾ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈਗਾ ਆ। ਤੇ ਮੈਂ ਕਿਉਂ ਨਾ ਡਿਵੈਲਪਮੈਂਟ ਕੰਮਾਂ ਤੇ ਕਰਾਂ? ਤੁਸੀਂ ਇੱਕ ਆਮ ਆਦਮੀ ਫੇਸਬੁੱਕ ਤੇ ਕੋਈ ਵੀ ਚੀਜ਼ ਅਪਲੋਡ ਕਰ ਸਕਦਾ ਹੈ ਕਿ ਸ਼ਹਿਰ 'ਚ ਆ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ, ਤੇ ਜਿਹੜਾ ਇੱਕ ਚੁਣਿਆ ਹੋਇਆ ਨੁਮਾਇੰਦਾ ਹੈਗਾ ਆ ਉਹ ਨਹੀਂ ਕਰ ਸਕਦਾ?
ਤੁਸੀਂ ਮੈਂ ਤੁਹਾਨੂੰ ਸਾਰੇ ਮੀਡੀਆ ਨੂੰ ਵੀ ਇਹ ਕੁਐਸਚਨ ਪੁੱਛਦੀ ਆ ਕਿ ਇੱਕ ਆਮ ਆਦਮੀ ਸੋਸ਼ਲ ਮੀਡੀਆ ਤੇ ਜਾ ਕੇ ਕੋਈ ਵੀ ਇੱਕ ਚੀਜ਼ ਕਿਸੇ ਨੂੰ ਆਮ ਆਦਮੀ ਦੇ ਕੀਤੀ ਅਪੀਲ ਦੀ ਕਿੰਨੀ ਕੋ ਸੁਣਵਾਈ ਹੁੰਦੀ ਹੈ ਇਹ ਸਭ ਨੂੰ ਪਤਾ ਵਾ ਕਿ ਉਹਨਾਂ ਦੀ ਜੇ ਕੋਈ ਆਮ ਆਦਮੀ ਅਪੀਲ ਕਰਦਾ ਜਾਂ ਕੋਈ ਕੰਮ ਦੱਸਦਾ ਤੇ ਉਹਦੇ ਤੇ ਕਿੰਨਾ ਕੋ ਐਕਸ਼ਨ ਹੁੰਦਾ ਇਹ ਸਾਰੇ ਮਤਲਬ ਕਿ ਚੰਗੀ ਤਰ੍ਹਾਂ ਜਾਣਦੇ ਨੇ। ਇਹ ਇੱਥੇ ਤੁਸੀਂ ਗੱਲ ਨੂੰ ਟਵਿਸਟ ਨਾ ਕਰੋ ਕਿ ਆਮ ਆਦਮੀ ਦਾ ਕਿੰਨਾ ਐਕਸ਼ਨ ਹੁੰਦਾ ਆ। ਜੇ ਪ੍ਰੋਪਰ ਕੰਮ ਚੱਲ ਰਿਹਾ ਲੁਧਿਆਣੇ ਦੇ ਵਿੱਚ ਸਮਾਰਟ ਸਿਟੀ ਦੇ, ਜਿਹੜਾ ਕਿ ਵੀਸੀ ਥਰੂ ਸੈਂਟਰ ਗਵਰਨਮੈਂਟ ਨੇ, ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ, ਉਹਨੇ ਲੁਧਿਆਣੇ ਨੂੰ ਪ੍ਰੇਜ਼ ਕੀਤੀ ਹੈ। ਤਾਂ ਆਮ ਆਦਮੀ ਕਰਕੇ ਜਿਹੜੀ ਲੋਕਾਂ ਦੀ ਸਮਾਰਟ ਸਿਟੀ ਦੀ ਪੂਰੀ ਟੀਮ ਬਣੀ ਹੋਈ ਆ, ਉਹਦੇ ਵਿੱਚ ਸਾਡੇ ਸਿਟੀਜ਼ਨਸ ਹੈਗੇ ਆ, ਸਾਡੇ ਆਰਕੀਟੈਕਟ ਹੈਗੇ ਆ, ਸਾਡੇ ਟ੍ਰੈਫਿਕ ਕੰਟਰੋਲਰ ਆ, ਉਹਨਾਂ ਕਰਕੇ ਜਾਂ ਪਬਲਿਕ ਨੁਮਾਇੰਦਿਆਂ ਕਰਕੇ ਜਿਹੜੇ ਦੇਰ ਤੋਂ ਦੇਰ ਉੱਥੇ ਜਾਂਦੇ ਆ ਤੇ ਉੱਥੇ ਕੰਮ ਕਰਵਾਉਂਦੇ ਆ, ਸਾਰਿਆਂ ਕਰਕੇ ਆ। ਇਹ ਤੁਸੀਂ ਉਹਨਾਂ ਦੀ ਗੱਲਾਂ ਨੂੰ ਜੇ ਟਵਿਸਟ ਕਰੋਗੇ ਤਾਂ ਗਲਤ ਗੱਲ ਹੈਗੀ ਆ। ਆਮ ਆਦਮੀ ਦੀ ਸੁਣਵਾਈ ਹਰ ਜਗ੍ਹਾ ਹੈਗੀ ਆ। ਇੱਕ ਉਹਨਾਂ ਨੇ ਹੋਰ ਕਿਹਾ ਕਿ ਕਹਿੰਦੇ ਠੀਕ ਹੈ ਜੇ ਅਥਾਰਟੀ ਬਣਨਾ ਤੇ ਬਣਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਜੇ ਜਿਹੜੇ ਕਾਰਪੋਰੇਸ਼ਨ ਦੇ ਘਪਲੇ ਹੋਣਗੇ ਜਾਂ ਗਲਤ ਕੰਮ ਹੋਣਗੇ ਉਹਦੀ ਜ਼ਿੰਮੇਵਾਰੀ ਵੀ ਫਿਰ ਮਮਤਾ ਆਸ਼ੂ ਤੇ ਪਏਗੀ। ਮੈਂ ਹਰ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹਾਂ। ਜੇ ਮੈਂ ਕੋਈ ਕਪਲਾ ਕੀਤਾ ਹੋਊਗਾ ਤਾਂ ਮੇਰੇ ਤੇ ਜ਼ਿੰਮੇਵਾਰੀ ਪਾਣਗੇ। ਕਪਲੇ ਤਾਂ ਇਹਨਾਂ ਦੀ ਸਰਕਾਰਾਂ ਕਰਕੇ ਗਈਆਂ। ਟਾਟਾ ਦੇ ਲਈ ਸਾਰੇ ਜਣੇ ਰੋ ਰਹੇ ਆ, ਇਹਨਾਂ ਨੇ ਕੀਤਾ ਕਿ ਨਹੀਂ ਕੀਤਾ? A to Z ਨੂੰ ਅਸੀਂ ਹੱਲੇ ਤੱਕ ਰੋ ਰਹੇ ਆ, ਇਹਨਾਂ ਦੀ ਸਰਕਾਰ ਨੇ ਕੀਤਾ। ਫਿਰ ਤੁਸੀਂ ਐਕਸ਼ਨ ਇਹਨਾਂ ਦੇ ਕੁਝ ਲਿੱਤਾ? ਜੇ ਹੁਣੇ ਤਾਂ ਇਹ ਕਹਿ ਰਹੇ ਆ ਕਿ ਮਮਤਾ ਆਸ਼ੂ ਕਿਹੜੀ ਅਥਾਰਟੀ ਹੈ, ਤੇ ਹੁਣ ਬੜੇ ਤੁਸੀਂ ਮੈਨੂੰ ਹੀ ਪੁੱਛਣ ਲੱਗ ਪਏ ਕਿ ਤੁਸੀਂ ਐਕਸ਼ਨ ਲਿੱਤਾ। ਆਪਣੀ ਕੁਐਸਚਨਸ ਨੂੰ ਉਸ ਹਿਸਾਬ ਨਾਲ ਰੱਖੋ ਕਿ ਮੈਨੂੰ ਪ੍ਰਵੋਕ ਨਾ ਕਰੋ। ਜੋ ਕੱਲ ਉਹਨਾਂ ਨੇ ਕੀਤਾ, ਤੁਸੀਂ ਹੁਣ ਤੱਕ ਇਹ ਕੁਐਸਚਨ ਨਹੀਂ ਪੁੱਟ ਕੀਤਾ ਵੀ ਜੋ ਉਹਨਾਂ ਨੇ ਭੱਦੀ ਲੈਂਗੁਏਜ, ਭੱਦੀ ਸ਼ਬਦਾਵਲੀ ਇੱਕ ਔਰਤ ਲਈ ਯੂਜ਼ ਕੀਤੀ, ਉਹ ਕਰਨੀ ਚਾਹੀਦੀ ਸੀ। ਤੁਸੀਂ ਬੜੇ ਆਰਾਮ ਦੇ ਨਾਲ ਉਹਨਾਂ ਦੀ ਗੱਲਾਂ ਨੂੰ ਜਿਹੜੀ ਐਡ ਦੀ ਸੀਗੀਆਂ ਜਾਂ ਆਹ ਕੀਤੀਆਂ ਸੀ ਉਹ ਲੈ ਕੇ ਆ ਗਏ ਹੈਗੇ ਹੋ, ਪਰ ਤੁਸੀਂ ਇਹ ਨਹੀਂ ਦੇਖਿਆ ਕਿ ਇੱਕ ਕਾਉਂਸਲਰ ਹੋਣ ਦੇ ਨਾਤੇ ਜਾਂ ਇੱਕ ਲੇਡੀ ਹੋਣ ਦੇ ਨਾਤੇ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਮੇਰਾ ਕਿੰਨਾ ਹਿੱਸਾ ਹੈਗਾ। ਮੈਂ ਪੂਰੇ ਠੋਕ ਕੇ ਕਹਿੰਦੀ ਆ, ਮੈਂ ਸਾਰੇ ਡੀਸੀ ਆਫਿਸ ਨੂੰ ਵੀ ਫੋਨ ਕਰਦੀ ਆ, ਮੈਂ ਸਾਰੇ ਸੀਪੀ ਆਫਿਸ ਨੂੰ ਵੀ ਫੋਨ ਕਰਦੀ ਆ, ਮੈਂ ਕਾਰਪੋਰੇਸ਼ਨ ਨੂੰ ਵੀ ਫੋਨ ਕਰਦੀ ਆ, ਪਰ ਮੈਂ ਆਪਣੇ ਲਈ ਨਹੀਂ, ਪਬਲਿਕ ਲਈ ਕਰਦੀ ਹੈਗੀ ਆ। ਮੇਰੇ ਕੋਈ ਘਰ ਦੇ ਕੰਮ ਨਹੀਂ ਹੈਗੇ ਕਿ ਮੇਰੇ ਘਰ ਦੇ ਵਿੱਚ ਉਹਨਾਂ ਦੇ ਬੰਦੇ ਆ ਕੇ ਨੌਕਰ ਰੱਖੇ ਹੋਏ ਹੈਗੇ ਆ। ਮੈਂ ਲੋਕਾਂ ਲਈ ਕੰਮ ਕਰਦੀ ਆ। ਇਸ ਕਰਕੇ ਮਹੇਸ਼ਿੰਦਰ ਸਰ ਵੀ ਜਿਹੜੀ ਤੁਹਾਡੀ ਪੋਲੀਟੀਕਲ ਉਹ ਖਤਮ ਹੋ ਰਹੀ ਆ ਨਾ ਧਰਤੀ, ਉਹਨੂੰ ਉਹ ਨਾ ਕਰੋ, ਲੱਭਣ ਦੀ ਕੋਸ਼ਿਸ਼ ਨਾ ਕਰੋ। ਲੁਧਿਆਣਾ ਵੈਸਟ ਦੀ ਜਿਹੜੀ ਜਨਤਾ ਆ ਉਹ ਬਹੁਤ ਸਿਆਣੀ ਆ। ਜੇ ਮੈਨੂੰ 3 ਵਾਰੀ ਕਾਉਂਸਲਰ ਬਣਾਇਆ ਤੇ ਅਸੀਂ 9 ਇਲੈਕਸ਼ਨ ਲੜ ਚੁੱਕੇ ਆ, ਤੇ ਤੁਸੀਂ ਤਾਂ ਹਰ ਇਲੈਕਸ਼ਨ 'ਚ ਆਪਣੇ ਘਰ ਦਾ ਬੂਥ ਵੀ ਨਹੀਂ ਜਿੱਤਿਆ ਹੈਗਾ। ਥੈਂਕ ਯੂ ਜੀ। ਬਿਲਕੁਲ ਐਸੀ ਹੈ ਮਮਤਾ ਆਸ਼ੂ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਜੇ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਅੱਧੀ ਅਧੂਰੀ ਜਾਣਕਾਰੀ ਲੈ ਕੇ ਨਾ ਆਣ। ਉਹ ਜੇ ਕਿਸੇ ਪਬਲਿਕ ਅਥਾਰਟੀ ਅਤੇ ਜਾਂ ਪਬਲਿਕ ਨੁਮਾਇੰਦਿਆਂ ਨੂੰ ਕੋਈ ਵੀ ਕੰਮ ਵਾਸਤੇ ਕਹਿੰਦੀ ਹੈ ਤਾਂ ਉਹ ਪਬਲਿਕ ਇੰਟਰਸਟ ਵਾਸਤੇ ਕਹਿੰਦੇ ਨੇ, ਨਾ ਕਿ ਉਹ ਖੁਦ ਆਪਣੇ ਕੰਮਾਂ ਵਾਸਤੇ ਕਹਿੰਦੇ ਨੇ। ਤੇ ਐਜ਼ ਪਬਲਿਕ ਦਾ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਨੂੰ ਲੋਕਾਂ ਦਾ ਕੰਮ ਕਰਵਾਉਣ ਵਾਸਤੇ ਉਹਨਾਂ ਦਾ ਹੱਕ ਬਣਦਾ ਵਾ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% ਦੀ गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तोड़वाओ, रुस्से ਨੂੰ मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।